ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬਟੁਕੇਸ਼ਵਰ ਦੱਤ ਨੂੰ ਜ਼ਿਆਦਾਤਰ ਆਪਾਂ ਇੰਨਾ ਕੁ ਜਾਣਦੇ ਹਾਂ ਕਿ ਉਹਨਾਂ ਨੇ ਸ਼ਹੀਦ ਭਗਤ ਸਿੰਘ ਦੇ ਨਾਲ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ। ਪਰ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਤਾਂ 1931 ਦੇ ਵਿੱਚ 23 ਮਾਰਚ 1931 ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹਨਾਂ ਦੇ ਦੋਸਤਾਂ ਦਾ ਉਸ ਤੋਂ ਬਾਅਦ ਕੀ ਹੋਇਆ, ਕਿਸ ਤਰ੍ਹਾਂ ਦੀ ਉਹਨਾਂ ਦੀ ਜ਼ਿੰਦਗੀ ਰਹੀ, ਇਸ ਬਾਰੇ ਜ਼ਿਆਦਾਤਰ ਆਪਾਂ ਨਹੀਂ ਜਾਣਦੇ। ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼ਹੀਦ ਭਗਤ ਸਿੰਘ ਹੋਰਾਂ ਦੇ ਹੀ ਇੱਕ ਸਾਥੀ ਬਟੁਕੇਸ਼ਵਰ ਦੱਤ ਦੇ ਬਾਰੇ ਵਿੱਚ। ਬਟੁਕੇਸ਼ਵਰ ਦੱਤ ਦਾ ਜਨਮ 18 ਨਵੰਬਰ 1910 ਨੂੰ ਗੋਸਟਾ ਬਿਹਾਰੀ ਦੱਤ ਦੇ ਘਰ ਕਮਲਾ ਕਾਮਨੀ ਦੀ ਕੁੱਖੋਂ ਹੋਇਆ। ਬਟੁਕੇਸ਼ਵਰ ਦੱਤ ਦੇ ਪਿਤਾ ਇੱਕ ਰੇਲਵੇ ਕਰਮਚਾਰੀ ਸੀ ਤੇ ਉਹ ਕਾਨਪੁਰ ਦੇ ਵਿੱਚ ਆਪਣੀ ਡਿਊਟੀ ਕਰਦੇ ਸੀ। ਇਸ ਤੋਂ ਇਲਾਵਾ ਬਟੁਕੇਸ਼ਵਰ ਦੱਤ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਦੋ ਵੱਡੇ ਭਰਾ ਤੇ ਇੱਕ ਉਹਨਾਂ ਦੀ ਵੱਡੀ ਭੈਣ ਵੀ ਸੀ। ਉਹਨਾਂ ਦਾ ਵੱਡਾ ਭਰਾ ਵਿਸ਼ਵੇਸ਼ਵਰ ਦੱਤ ਇੱਕ CBI ਦੇ ਵਿੱਚ ਮਤਲਬ ਸੈਂਟਰਲ ਬੈਂਕ ਆਫ ਇੰਡੀਆ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਕੰਮ ਕਰਦੇ ਤੇ ਉਹਨਾਂ ਦੀ ਜੋ ਛੋਟੀ ਭੈਣ ਸੀ ਮਤਲਬ ਬਟੁਕੇਸ਼ਵਰ ਦੱਤ ਤੋਂ ਵੱਡੇ ਪਰ ਦੋਵਾਂ ਭਰਾਵਾਂ ਤੋਂ ਛੋਟੇ, ਉਹਨਾਂ ਦੇ ਨਾਲ ਪ੍ਰੋਮਿਲਾ ਦੇ ਨਾਲ ਬਟੁਕੇਸ਼ਵਰ ਦੱਤ ਦਾ ਬਹੁਤ ਜ਼ਿਆਦਾ ਪਿਆਰ ਸੀ। ਬਟੁਕੇਸ਼ਵਰ ਦੱਤ ਦੀ ਭੈਣ ਪ੍ਰੋਮਿਲਾ ਉਹਨਾਂ ਨੂੰ ਬਚਪਨ ਦੇ ਵਿੱਚ ਹੀ ਪੁਰਾਣੇ ਸੂਰਵੀਰਾਂ ਦੀਆਂ ਕਹਾਣੀਆਂ ਸੁਣਾਇਆ ਕਰਦੀ ਸੀ, ਜਿਨ੍ਹਾਂ ਦੇ ਵਿੱਚੋਂ ਮਹਾਰਾਣਾ ਪ੍ਰਤਾਪ, ਰਾਣੀ ਝਾਂਸੀ ਆਦਿ ਪ੍ਰਮੁੱਖ ਨੇ। ਤੇ ਬਟੁਕੇਸ਼ਵਰ ਦੱਤ ਬਚਪਨ ਦੇ ਵਿੱਚ ਹੀ ਦੇਸ਼ ਪਿਆਰ ਦੇ ਨਾਲ, ਦੇਸ਼ ਪ੍ਰੇਮ ਦੇ ਨਾਲ ਇਹਨਾਂ ਕਹਾਣੀਆਂ ਦੇ ਕਰਕੇ ਜੁੜ ਗਏ ਸੀ। ਤਾਂ ਜਦੋਂ ਬਟੁਕੇਸ਼ਵਰ ਦੱਤ ਪੜ੍ਹਨ ਦੇ ਲਈ ਸਕੂਲ ਜਾਂਦੇ ਸੀ ਤਾਂ ਉਹ ਸਕੂਲ ਦੇ ਵਿੱਚ ਆਪਣੇ ਨਾਲ ਰਾਮ ਕ੍ਰਿਸ਼ਨ ਮਿਸ਼ਨ ਦੇ ਪਰਚੇ ਲੈ ਜਾਂਦੇ ਸੀ। ਰਾਮ ਕ੍ਰਿਸ਼ਨ ਮਿਸ਼ਨ ਜਿਨ੍ਹਾਂ ਦੀ ਸਥਾਪਨਾ 1897 ਦੇ ਵਿੱਚ ਸਵਾਮੀ ਵਿਵੇਕਾਨੰਦ ਜੀ ਨੇ ਕੀਤੀ ਸੀ। ਉਹਨਾਂ ਦਾ ਮੁੱਖ ਮਕਸਦ ਇਹ ਸੀ ਕਿ ਜੋ ਭਾਰਤ ਦੇ ਵਿੱਚ ਸਮਾਜਿਕ ਪੱਧਰ ਹੈ ਉਹਨੂੰ ਉੱਪਰ ਚੁੱਕਿਆ ਜਾਵੇ। ਤਾਂ ਜੋ ਰਾਮ ਕ੍ਰਿਸ਼ਨ ਮਿਸ਼ਨ ਦੇ ਪਰਚੇ ਹੁੰਦੇ ਸੀ, ਬਟੁਕੇਸ਼ਵਰ ਦੱਤ ਆਪਣੇ ਦੋਸਤਾਂ ਦੇ ਬੈਗ ਦੇ ਵਿੱਚ ਉਹਨਾਂ ਨੂੰ ਬਿਨਾਂ ਦੱਸੇ ਭਾਵ ਚੋਰੀਆਂ ਉਹਨਾਂ ਦੇ ਬੈਗ ਦੇ ਵਿੱਚ ਇਹ ਸਾਰੇ ਪਰਚੇ ਪਾ ਦਿੰਦੇ ਸੀ। ਜਦੋਂ ਬਟੁਕੇਸ਼ਵਰ ਦੱਤ ਪੜ੍ਹਨ ਦੇ ਲਈ ਕਾਨਪੁਰ ਗਏ ਤਾਂ ਉੱਥੇ ਉਹਨਾਂ ਨੂੰ ਨੇਪਾਲ ਬਾਬੂ ਪੜ੍ਹਾਉਂਦੇ ਸੀ, ਜਿਨ੍ਹਾਂ ਦਾ ਨਾਮ ਨੇਪਾਲੇਸ਼ਵਰ ਬੈਨਰਜੀ ਸੀ, ਪਰ ਜ਼ਿਆਦਾ ਲੋਕ ਉਹਨਾਂ ਨੂੰ ਨੇਪਾਲ ਬਾਬੂ ਦੇ ਨਾਮ ਨਾਲ ਹੀ ਜਾਣਦੇ ਸੀ। ਨੇਪਾਲ ਬਾਬੂ ਸਚਿੰਦਰ ਨਾਥ ਸਾਹਨਿਆਲ ਦੇ ਬਹੁਤ ਚੰਗੇ ਦੋਸਤ ਸੀ, ਤਾਂ ਕਰਕੇ ਨੇਪਾਲ ਬਾਬੂ ਨੇ ਸਭ ਤੋਂ ਪਹਿਲਾਂ ਬਟੁਕੇਸ਼ਵਰ ਦੱਤ ਨੂੰ ਸਚਿੰਦਰ ਨਾਥ ਸਾਹਨਿਆਲ ਦੇ ਨਾਲ ਮਿਲਾਇਆ। ਜਦੋਂ ਬਟੁਕੇਸ਼ਵਰ ਦੱਤ ਸਚਿੰਦਰ ਨਾਥ ਸਾਹਨਿਆਲ ਨੂੰ ਮਿਲੇ ਤਾਂ ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਦੀ ਮੁਲਾਕਾਤ ਸੁਰਿੰਦਰ ਨਾਥ ਪਾਂਡੇ, ਸ਼ਿਵ ਵਰਮਾ, ਵਿਜੇ ਕੁਮਾਰ ਸਿਨਹਾ ਦੇ ਨਾਲ ਵੀ ਹੋਈ। ਕਾਨਪੁਰ ਵਿੱਚ ਹੀ ਉਹਨਾਂ ਦੀ ਮੁਲਾਕਾਤ ਸ਼ਹੀਦ ਭਗਤ ਸਿੰਘ ਦੇ ਨਾਲ ਹੋਈ ਤੇ ਸ਼ਹੀਦ ਭਗਤ ਸਿੰਘ ਦੇ ਨਾਲ ਹੀ ਉਹਨਾਂ ਨੇ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ। ਜਦੋਂ ਕਾਨਪੁਰ ਦੇ ਵਿੱਚ ਬਟੁਕੇਸ਼ਵਰ ਦੱਤ ਆਪਣੇ ਸਾਥੀਆਂ ਨੂੰ ਮਿਲੇ ਤਾਂ ਮਿਲਣ ਤੋਂ ਬਾਅਦ ਉਹ ਪਾਰਟੀ ਦੇ ਇੱਕ ਸਰਗਰਮ ਲੀਡਰ ਬਣ ਗਏ। ਤਾਂ ਇਹ ਉਸ ਸਮੇਂ ਦੀ ਗੱਲ ਹੀ ਹੈ ਜਦੋਂ ਕਾਕੋਰੀ ਕਾਂਡ ਹੋਇਆ ਸੀ। ਕਾਕੋਰੀ ਕਾਂਡ 9 ਅਗਸਤ 1925 ਨੂੰ ਹੋਇਆ ਸੀ। ਕਾਕੋਰੀ ਕਾਂਡ ਦੇ ਵਿੱਚ ਰਾਮ ਪ੍ਰਸਾਦ ਬਿਸਮਿਲ, ਚੰਦਰ ਸ਼ੇਖਰ ਆਜ਼ਾਦ, ਰਾਜਿੰਦਰ ਲਹਿਰੀ, ਰੋਸ਼ਨ ਲਾਲ ਤੇ ਅਸ਼ਫਾਕ ਉੱਲਾ ਖਾਨ ਨੇ ਅਹਿਮ ਭੂਮਿਕਾ ਨਿਭਾਈ ਸੀ। ਬਟੁਕੇਸ਼ਵਰ ਦੱਤ ਚਾਹੁੰਦੇ ਸੀ ਕਿ ਕਾਕੋਰੀ ਕਾਂਡ ਦੇ ਵਿੱਚ ਮੈਨੂੰ ਵੀ ਹਿੱਸਾ ਲੈਣ ਦਿੱਤਾ ਜਾਵੇ, ਪਰ ਚੰਦਰ ਸ਼ੇਖਰ ਆਜ਼ਾਦ ਨੇ ਪਾਰਟੀ ਦੇ ਮੁੱਖ ਲੀਡਰ ਹੋਣ ਦੇ ਨਾਤੇ ਉਹਨਾਂ ਨੂੰ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਸੀ। ਹੁਣ ਆਪਾਂ ਗੱਲ ਕਰਦੇ ਹਾਂ ਅਸੈਂਬਲੀ ਬੰਬ ਕੇਸ ਦੀ। ਸਭ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਆਈਡੀਆ ਕਿਸ ਦਾ ਸੀ ਤੇ ਇਹ ਕਿੱਥੋਂ ਆਇਆ ਸੀ। ਗੱਲ ਇਸ ਤਰ੍ਹਾਂ ਸੀ ਕਿ ਭਗਤ ਸਿੰਘ ਨੇ ਇੱਕ ਜਗ੍ਹਾ ਤੇ ਪੜ੍ਹਿਆ ਸੀ। ਭਗਤ ਸਿੰਘ ਇੱਕ ਕਿਤਾਬ ਪੜ੍ਹ ਰਹੇ ਸੀ, ਉਹਦੇ ਵਿੱਚ ਫਰਾਂਸ ਦੇ ਇਨਕਲਾਬੀ ਬੇਲਾਂ ਨੇ, ਜਿਨ੍ਹਾਂ ਦਾ ਪੂਰਾ ਨਾਮ ਅਗਸਟੇ ਵੈਲੀਅਨ ਸੀ, ਉਹਨਾਂ ਨੇ 9 ਦਸੰਬਰ 1893 ਨੂੰ ਫਰਾਂਸ ਦੀ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ। ਉਹਨਾਂ ਵੇਲਿਆਂ ਦੇ ਵਿੱਚ ਹੀ ਬ੍ਰਿਟਿਸ਼ ਗਵਰਨਮੈਂਟ ਦੇ ਵੱਲੋਂ ਦਿੱਲੀ ਦੀ ਅਸੈਂਬਲੀ ਦੇ ਵਿੱਚ ਦੋ ਬਿੱਲ ਪਾਸ ਕੀਤੇ ਜਾ ਰਹੇ ਸੀ। ਇੱਕ ਸੀ ਇੰਡਸਟਰੀਅਲ ਡਿਸਪਿਊਟ ਬਿੱਲ ਤੇ ਦੂਸਰਾ ਸੀ ਪਬਲਿਕ ਸੇਫਟੀ ਬਿੱਲ। ਇੰਡਸਟਰੀਅਲ ਡਿਸਪਿਊਟ ਦੇ ਵਿੱਚ ਕੀ ਸੀ ਤੇ ਪਬਲਿਕ ਸੇਫਟੀ ਬਿੱਲ ਦੇ ਵਿੱਚ ਕੀ ਸੀ? ਇੰਡਸਟਰੀਅਲ ਡਿਸਪਿਊਟ ਐਕਟ ਅਸੈਂਬਲੀ ਦੇ ਵਿੱਚ ਇਸ ਕਰਕੇ ਲੈ ਕੇ ਆ ਰਹੇ ਸੀ ਕਿਉਂਕਿ ਉਸ ਸਮੇਂ ਲਗਭਗ ਸਾਰੇ ਵੱਡੇ ਦੇਸ਼ ਸੀ ਜੋ ਉਹ ਆਰਥਿਕ ਮੰਦੀ ਨੂੰ ਲੈ ਕੇ ਗੁਜ਼ਰ ਰਹੇ ਸੀ। ਇੰਡਸਟਰੀਅਲ ਡਿਸਪਿਊਟ ਐਕਟ ਦੇ ਵਿੱਚ ਇਹ ਹੋਣ ਜਾ ਰਿਹਾ ਸੀ ਕਿ ਜਿਹੜੇ ਵੀ ਮਜ਼ਦੂਰ ਕਾਰਖਾਨਿਆਂ ਦੇ ਵਿੱਚ, ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਸੀ ਤੇ ਤਨਖਾਹਾਂ ਵਿੱਚ ਕਟੌਤੀ ਹੋਣ ਦੀ ਵਜ੍ਹਾ ਨਾਲ ਬਹੁਤ ਸਾਰੇ ਮਜ਼ਦੂਰ ਸੀ ਜਿਹੜੇ ਉਹ ਪ੍ਰੋਟੈਸਟ ਕਰਨ ਤੇ ਆ ਗਏ। ਤਾਂ ਉਸ ਪ੍ਰੋਟੈਸਟ ਨੂੰ ਕੰਟਰੋਲ ਕਰਨ ਦੇ ਵਾਸਤੇ ਪਬਲਿਕ ਸੇਫਟੀ ਬਿੱਲ ਬ੍ਰਿਟਿਸ਼ ਗਵਰਨਮੈਂਟ ਦੇ ਵੱਲੋਂ ਅਸੈਂਬਲੀ ਵਿੱਚ ਪਾਸ ਕੀਤਾ ਜਾ ਰਿਹਾ ਸੀ। ਇਸ ਕਰਕੇ ਭਗਤ ਸਿੰਘ ਅਤੇ ਉਹਨਾਂ ਦੀ ਪਾਰਟੀ ਦੇ ਸਾਰੇ ਮੈਂਬਰਾਂ ਨੇ ਇਹਨਾਂ ਦੋਵੇਂ ਬਿੱਲਾਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ। ਤਾਂ ਹੁਣ ਪਾਰਟੀ ਵੱਲੋਂ ਸਭ ਤੋਂ ਵੱਡਾ ਫੈਸਲਾ ਲੈਣਾ ਸੀ ਜਿਹੜਾ ਉਹ ਇਹ ਲੈਣਾ ਸੀ ਕਿ ਕਿਹੜੇ ਸਾਥੀ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਜਾਣਗੇ ਤੇ ਇਹ ਉਹ ਦੋ ਸਾਥੀ ਹੋਣੇ ਚਾਹੀਦੇ ਸੀ ਜਿਹੜੇ ਇਨਕਲਾਬ ਦੇ ਮਕਸਦ ਨੂੰ ਬ੍ਰਿਟਿਸ਼ ਗਵਰਨਮੈਂਟ ਦੇ ਸਾਹਮਣੇ ਤੇ ਭਾਰਤ ਦੇ ਲੋਕਾਂ ਦੇ ਸਾਹਮਣੇ ਚੰਗੀ ਤਰ੍ਹਾਂ ਪੇਸ਼ ਕਰ ਸਕਦੇ ਹੋਣ। ਤਾਂ ਜਦੋਂ ਪਹਿਲੀ ਮੀਟਿੰਗ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਬਾਰੇ ਹੋਈ ਤਾਂ ਸਭ ਤੋਂ ਪਹਿਲਾਂ ਚੰਦਰ ਸ਼ੇਖਰ ਆਜ਼ਾਦ ਹੋਰਾਂ ਨੇ ਇਕੱਲਿਆਂ ਨਹੀਂ ਅਸੈਂਬਲੀ ਦੇ ਵਿੱਚ ਜਾ ਕੇ ਬੰਬ ਸੁੱਟਣ ਦਾ ਫੈਸਲਾ ਕੀਤਾ ਸੀ, ਪਰ ਭਗਤ ਸਿੰਘ ਤੇ ਉਹਦੇ ਸਾਥੀਆਂ ਵੱਲੋਂ ਚੰਦਰ ਸ਼ੇਖਰ ਆਜ਼ਾਦ ਦੀ ਇਸ ਗੱਲ ਦਾ, ਇਸ ਫੈਸਲੇ ਦਾ ਵਿਰੋਧ ਕੀਤਾ ਗਿਆ
ਕਿ ਉਹ ਖੁਦ ਇਕੱਲੇ ਜਾ ਕੇ ਬੰਬ ਸੁੱਟਣਗੇ। ਸਭ ਤੋਂ ਪਹਿਲਾ ਕਾਰਨ ਚੰਦਰ ਸ਼ੇਖਰ ਆਜ਼ਾਦ ਨੂੰ ਅਸੈਂਬਲੀ ਵਿੱਚ ਬੰਬ ਨਾ ਸੁੱਟਣ ਦਾ ਇਹ ਸੀ ਕਿ ਭਗਤ ਸਿੰਘ ਅਤੇ ਉਸਦੇ ਸਾਥੀ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਕਿ ਜੇ ਉੱਥੇ ਚੰਦਰ ਸ਼ੇਖਰ ਆਜ਼ਾਦ ਅਰੈਸਟ ਹੋ ਜਾਂਦੇ ਨੇ ਕਿਸੇ ਵੀ ਤਰ੍ਹਾਂ, ਤਾਂ ਉਹਨਾਂ ਦੀ ਪਾਰਟੀ ਨੂੰ ਚਲਾਉਣ ਵਾਲਾ ਕੋਈ ਵੀ ਮੇਨ ਲੀਡਰ ਚੰਦਰ ਸ਼ੇਖਰ ਆਜ਼ਾਦ ਤੋਂ ਬਾਅਦ ਨਹੀਂ ਰਹਿਣਾ। ਤੇ ਦੂਸਰੀ ਗੱਲ, ਚੰਦਰ ਸ਼ੇਖਰ ਆਜ਼ਾਦ ਉਹਨੇ ਬੌਧਿਕ ਨਹੀਂ ਸੀ, ਉਹ ਇਨਕਲਾਬ ਦੀ ਗੱਲ ਨੂੰ ਜਾਂ ਭਾਰਤ ਤੋਂ ਉਹਨਾਂ ਦੇ ਆਜ਼ਾਦੀ ਤੋਂ ਕੀ ਭਾਵ ਹੈ ਇਹ ਗੱਲ ਨੂੰ ਚੰਗੀ ਤਰ੍ਹਾਂ ਉਹ ਮੰਚ ਦੇ ਸਾਹਮਣੇ ਨਹੀਂ ਰੱਖ ਸਕਦੇ ਸੀ। ਤਾਂ ਕਰਕੇ ਭਗਤ ਸਿੰਘ ਅਤੇ ਸੁਖਦੇਵ ਨੇ ਦੋਵਾਂ ਨੇ ਅਸੈਂਬਲੀ ਦੇ ਵਿੱਚ ਜਾ ਕੇ ਬੰਬ ਸੁੱਟਣ ਦਾ ਫੈਸਲਾ ਕੀਤਾ ਸੀ। ਪਰ ਭਗਤ ਸਿੰਘ ਅਤੇ ਸੁਖਦੇਵ ਦੋਵੇਂ ਹੀ ਉਸ ਸਮੇਂ ਇਸ ਪਾਰਟੀ ਦੇ ਮੇਨ ਲੀਡਰ ਸੀ। ਤਾਂ ਕਰਕੇ ਭਗਤ ਸਿੰਘ ਅਤੇ ਸੁਖਦੇਵ ਦੇ ਦੋਵਾਂ ਦੇ ਹੀ ਬੌਧਿਕ ਪੱਖੋਂ ਬਹੁਤ ਸਟਰੋਂਗ ਹੋਣ ਦੇ ਕਰਕੇ ਚੰਦਰ ਸ਼ੇਖਰ ਆਜ਼ਾਦ ਨੇ ਸੁਖਦੇਵ ਅਤੇ ਭਗਤ ਸਿੰਘ ਦੋਵਾਂ ਇਕੱਠਿਆਂ ਨੂੰ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਫੈਸਲੇ ਨੂੰ ਲੈ ਕੇ ਇਨਕਾਰ ਕਰ ਦਿੱਤਾ। ਤਾਂ ਕਾਫੀ ਲੰਬੀ ਚੌੜੀ ਬਹਿਸ ਤੋਂ ਬਾਅਦ ਬਟੁਕੇਸ਼ਵਰ ਦੱਤ ਨੇ ਖੁਦ ਦਾ ਨਾਮ ਅੱਗੇ ਲਿਆਂਦਾ ਤੇ ਉਹਨਾਂ ਨੇ ਇਹ ਲੌਜੀਕ ਰੱਖਿਆ ਕਿ ਕਾਕੂਰੀ ਕਾਂਡ ਦੇ ਵੇਲੇ ਵੀ ਮੈਨੂੰ ਪਿੱਛੇ ਕਰ ਦਿੱਤਾ ਗਿਆ ਸੀ, ਤਾਂ ਕਰਕੇ ਜਦੋਂ ਪਾਰਟੀ ਦਾ ਕੋਈ ਵੀ ਵੱਡਾ ਕੰਮ ਹੁੰਦਾ ਤਾਂ ਅੱਜ ਤੱਕ ਮੈਂ ਉਸ ਲੈਵਲ ਦੇ ਉੱਪਰ ਜਾ ਕੇ ਪਰਫਾਰਮ ਨਹੀਂ ਕਰ ਸਕਿਆ। ਤਾਂ ਬਟੁਕੇਸ਼ਵਰ ਦੱਤ ਦੀ ਜਿੱਦ ਤੇ ਭਗਤ ਸਿੰਘ ਦੋਵਾਂ ਦੀ ਜਿੱਦ ਦੇ ਅੱਗੇ ਚੰਦਰ ਸ਼ੇਖਰ ਆਜ਼ਾਦ ਨੂੰ ਆਪਣੀ ਸਹਿਮਤੀ ਦੇਣੀ ਪਈ। ਤਾਂ ਕਾਫੀ ਲੰਬੀ ਚੌੜੀ ਬਹਿਸ ਦੇ ਬਾਅਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੋਵਾਂ ਵੱਲੋਂ ਅਸੈਂਬਲੀ ਦੇ ਵਿੱਚ ਜਾ ਕੇ ਬੰਬ ਸੁੱਟਣ ਵਾਲੇ ਫੈਸਲੇ ਨੂੰ ਸਵੀਕਾਰ ਕਰ ਲਿਆ ਗਿਆ। ਤਾਂ ਅਸੈਂਬਲੀ ਦੇ ਵਿੱਚ ਐਂਟਰ ਹੋ ਕੇ ਬੰਬ ਸੁੱਟਣ ਤੋਂ ਪਹਿਲਾਂ ਵੱਡਾ ਕੰਮ ਇਹ ਸੀ ਕਿ ਅਸੈਂਬਲੀ ਦੇ ਵਿੱਚ ਐਂਟਰ ਹੋਣ ਦੇ ਲਈ ਐਂਟਰੀ ਪਾਸ ਦੀ ਜ਼ਰੂਰਤ ਸੀ। ਤਾਂ ਅਸੈਂਬਲੀ ਦੇ ਲਈ ਐਂਟਰੀ ਪਾਸਾਂ ਦਾ ਪ੍ਰਬੰਧ ਕਰਨ ਦਾ ਸਾਰਾ ਜ਼ਿੰਮਾ ਸੀ ਜਿਹੜਾ ਉਹ ਜੈਦੇਵ ਕਪੂਰ ਨੂੰ ਦੇ ਦਿੱਤਾ ਗਿਆ। ਜੈਦੇਵ ਕਪੂਰ ਪਹਿਲਾਂ ਅਸੈਂਬਲੀ ਦੇ ਆਲੇ ਦੁਆਲੇ ਕਾਫੀ ਦਿਨ ਗੇੜੇ ਦਿੰਦੇ ਰਹੇ ਤੇ ਫਿਰ ਉੱਥੇ ਉਹਨਾਂ ਨੇ ਆਪਣੇ ਆਪ ਨੂੰ ਪੋਲੀਟੀਕਲ ਸਾਇੰਸ ਦਾ ਸਟੂਡੈਂਟ ਦੱਸਿਆ ਤੇ ਫਿਰ ਉਹਨਾਂ ਨੇ ਅਸੈਂਬਲੀ ਦੇ ਕਿਸੇ ਮੈਂਬਰ ਦੇ ਨਾਲ ਆਪਣੀ ਜਾਣ ਪਛਾਣ ਵਧਾਈ, ਉਹਨਾਂ ਨਾਲ ਦੋਸਤੀ ਕੀਤੀ। ਤਾਂ ਇਸ ਤੋਂ ਬਾਅਦ 8 ਅਪ੍ਰੈਲ 1929 ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ 3 ਪਾਸਾਂ ਦਾ ਪ੍ਰਬੰਧ ਭਗਤ ਸਿੰਘ, ਖੁਦ ਜੈਦੇਵ ਕਪੂਰ ਨੇ ਆਪਣੇ ਲਈ ਤੇ ਇੱਕ ਬਟੁਕੇਸ਼ਵਰ ਦੱਤ ਲਈ 3 ਪਾਸਾਂ ਦਾ ਪ੍ਰਬੰਧ ਕਰ ਲਿਆ। ਤਾਂ 8 ਅਪ੍ਰੈਲ 1929 ਵਾਲੇ ਦਿਨ ਭਗਤ ਸਿੰਘ, ਜੈਦੇਵ ਕਪੂਰ ਤੇ ਬਟੁਕੇਸ਼ਵਰ ਦੱਤ ਤਿੰਨੋਂ ਜਾ ਕੇ ਅਸੈਂਬਲੀ ਦੇ ਵਿੱਚ ਐਂਟਰ ਹੋ ਗਏ। ਜਦੋਂ ਤਿੰਨੋਂ ਅਸੈਂਬਲੀ ਦੇ ਵਿੱਚ ਐਂਟਰ ਹੋਏ ਤਾਂ ਸਾਰਾ ਆਲਾ ਦੁਆਲਾ ਧਿਆਨ ਵਿੱਚ ਦੇਖ ਕੇ ਜੈਦੇਵ ਕਪੂਰ ਉਹਨਾਂ ਦੋਵਾਂ ਨੂੰ ਅਸੈਂਬਲੀ ਦੇ ਅੰਦਰ ਛੱਡ ਕੇ ਆਪ ਬਾਹਰ ਚਲੇ। ਤਾਂ ਇਸ ਤੋਂ ਬਾਅਦ ਪਾਰਟੀ ਦੇ ਦੱਸੇ ਨਿਯਮਾਂ ਦੇ ਮੁਤਾਬਿਕ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੋਵੇਂ ਅਜਿਹੀ ਜਗ੍ਹਾ ਉੱਪਰ ਜਾ ਕੇ ਖੜੇ ਹੋ ਗਏ ਜਿੱਥੋਂ ਆਸਾਨੀ ਦੇ ਨਾਲ ਖਾਲੀ ਜਗ੍ਹਾ ਦੇ ਉੱਪਰ ਬੰਬ ਸਿੱਟ ਸਕਦਾ ਸੀ, ਕਿਉਂਕਿ ਪਹਿਲਾਂ ਹੀ ਪਾਰਟੀ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਬੰਬ ਇੱਕ ਖਾਲੀ ਹੋਣਗੇ ਤੇ ਦੂਸਰੀ ਗੱਲ ਬੰਬ ਅਜਿਹੀ ਜਗ੍ਹਾ ਤੇ ਸਿੱਟੇ ਜਾਣ ਜਿਹੜੇ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਮਾੜਾ ਮੋਟਾ ਮਾਮੂਲੀ ਜ਼ਖਮੀ ਤਾਂ ਕਰ ਸਕਦੇ ਨੇ ਪਰ ਉਹ ਕਿਸੇ ਦੀ ਜਾਨ ਨਾ ਲੈ ਲੈਣ। ਤਾਂ ਕਰਕੇ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਪਹਿਲੀ ਮੰਜ਼ਲ ਦੇ ਉੱਪਰ ਅਸੈਂਬਲੀ ਦੇ ਉੱਪਰ ਚਲੇ ਗਏ ਤੇ ਉੱਥੋਂ ਉਹਨਾਂ ਨੇ ਅਜਿਹੀ ਜਗ੍ਹਾ ਦੇ ਉੱਪਰ ਬੰਬ ਸੁੱਟਣਾ ਸੀ ਜਿੱਥੇ ਕਿਸੇ ਦਾ ਜ਼ਿਆਦਾ ਨੁਕਸਾਨ ਨਾ ਹੋਵੇ। ਤਾਂ ਇਸ ਅਸੈਂਬਲੀ ਦੀ ਪ੍ਰਧਾਨਗੀ ਸਰਦਾਰ ਵੱਲਭ ਭਾਈ ਪਟੇਲ ਦੇ ਭਰਾ ਵਿਠਲ ਭਾਈ ਪਟੇਲ ਕਰ ਰਹੇ ਸੀ। ਤਾਂ ਪਹਿਲਾਂ ਹੀ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਪਾਰਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਬੰਬ ਉਦੋਂ ਸੁੱਟਣੇ ਨੇ ਜਦੋਂ ਦੋਵੇਂ ਬਿੱਲਾਂ ਦਾ ਅੰਤਿਮ ਫੈਸਲਾ ਸੁਣਾਇਆ ਜਾ ਰਿਹਾ ਹੋਵੇਗਾ। ਕਹਿਣ ਦਾ ਭਾਵ ਜਦੋਂ ਅੰਤਿਮ ਫੈਸਲਾ ਸੁਣਾਉਣ ਦੇ ਵਿੱਚ ਕੁਝ ਕੁ ਸੈਕਿੰਡ ਹੀ ਬਾਕੀ ਹੋਣਗੇ। ਤਾਂ ਠੀਕ ਜਦੋਂ ਅੰਤਿਮ ਫੈਸਲਾ ਸੁਣਾਇਆ ਜਾ ਰਿਹਾ ਹੁੰਦਾ ਤਾਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਇੱਕ ਖਾਲੀ ਜਗ੍ਹਾ ਦੇ ਉੱਪਰ ਬੰਬ ਸੁੱਟ ਦਿੰਦੇ ਨੇ। ਤਾਂ ਬੰਬ ਸੁੱਟਣ ਦੇ ਨਾਲ ਜੋ ਇੱਕ ਬਹੁਤ ਵੱਡਾ ਧਮਾਕਾ ਹੁੰਦਾ ਤਾਂ ਉਹਦੇ ਨਾਲ ਸਭਾ ਦੇ ਵਿੱਚ ਭਗਦੜ ਮਚ ਜਾਂਦੀ ਹੈ। ਤਾਂ ਇਸੇ ਸਮੇਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਪਰਚੇ ਸੁੱਟਣਾ ਸ਼ੁਰੂ ਕਰ ਦਿੰਦੇ ਨੇ ਜਿਨ੍ਹਾਂ ਵਿੱਚ ਲਿਖਿਆ ਹੁੰਦਾ ਇਫ ਡੈਫ ਆਰ ਟੂ ਹੀਅਰ ਦਾ ਸਾਊਂਡ ਮਸਟ ਬੀ ਲਾਊਡ, ਜਿਹਦਾ ਪੰਜਾਬੀ ਅਰਥ ਹੈ ਬੋਲਿਆਂ ਨੂੰ ਸੁਣਾਉਣ ਵਾਸਤੇ ਵੱਡੇ ਧਮਾਕੇ ਦੀ ਜ਼ਰੂਰਤ ਹੁੰਦੀ ਹੈ। ਤਾਂ ਇਸ ਦੇ ਨਾਲ ਹੀ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨਾਰੇ ਲਾਉਣ ਲੱਗਦੇ ਨੇ ਲੌਂਗ ਲਿਵ ਰੈਵੋਲੂਸ਼ਨ ਐਂਡ ਡਾਊਨ ਫੈਲ ਵਿਦ ਇੰਪੀਰੀਅਲਿਜ਼ਮ, ਜਿਹੜੇ ਬਾਅਦ ਦੇ ਵਿੱਚ ਪੰਜਾਬੀ ਅਨੁਵਾਦ 'ਚ ਜਾ ਕੇ ਇਨਕਲਾਬ ਜਿੰਦਾਬਾਦ ਦੇ ਨਾਰੇ ਨਾਲ ਬਹੁਤ ਪ੍ਰਸਿੱਧ ਹੋਏ। ਤਾਂ ਇਸੇ ਸਮੇਂ ਉਹਨਾਂ ਨੂੰ ਅਸੈਂਬਲੀ ਦੇ ਵਿੱਚ ਮੌਜੂਦ ਸਾਰਜੈਂਟ ਟੈਰੀ ਹਿਰਾਸਤ ਵਿੱਚ ਲੈ ਲੈਂਦੇ ਨੇ ਤੇ ਬਾਅਦ ਦੇ ਵਿੱਚ ਇਹ ਇਲਜ਼ਾਮ ਲਾਉਂਦੇ ਨੇ ਕਿ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੇ ਕੋਲ ਇੱਕ ਰਿਵਾਲਵਰ ਸੀ ਤੇ ਉਹਨਾਂ ਨੇ ਅਸੈਂਬਲੀ ਹਾਲ ਦੇ ਵਿੱਚ ਗੋਲੀਆਂ ਵੀ ਚਲਾਈਆਂ। ਪਰ ਇਹ ਸਾਰੀ ਘਟਨਾ ਆਸਿਫ ਅਲੀ ਨਾਮ ਦੇ ਵਕੀਲ ਅਸੈਂਬਲੀ ਦੇ ਵਿੱਚ ਬੈਠੇ ਦੇਖ ਰਹੇ ਸਨ, ਜਿਨ੍ਹਾਂ ਨੇ ਬਾਅਦ ਦੇ ਵਿੱਚ ਜਾ ਕੇ ਬਟੁਕੇਸ਼ਵਰ ਦੱਤ ਦੀ ਵਕਾਲਤ ਵੀ ਕੀਤੀ। ਪਰ ਭਗਤ ਸਿੰਘ ਨੇ ਕਿਸੇ ਨੂੰ ਵੀ ਆਪਣਾ ਵਕੀਲ ਬਣਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਆਪਣੀ ਵਕਾਲਤ ਖੁਦ ਕਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ 12 ਜੂਨ 1929 ਨੂੰ ਬਟੁਕੇਸ਼ਵਰ ਦੱਤ ਅਤੇ ਭਗਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਤਾਂ ਜਦੋਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਜੇਲ੍ਹਾਂ ਵਿੱਚ ਗਏ ਤਾਂ ਉਹਨਾਂ ਨੇ ਉੱਥੇ ਯੂਰਪੀਅਨ ਕੈਦੀਆਂ ਤੇ ਭਾਰਤੀ ਕੈਦੀਆਂ, ਜਿਨ੍ਹਾਂ ਨੂੰ ਆਪਾਂ ਰਾਜਨੀਤਿਕ ਕੈਦੀ ਬੋਲਦੇ ਆਂ,
ਮਤਲਬ ਜਿਹੜੇ ਆਪਦੀ ਆਜ਼ਾਦੀ ਦੇ ਵਾਸਤੇ ਲੜ ਕੇ ਜੇਲ੍ਹ ਦੇ ਵਿੱਚ ਗਏ ਸੀ, ਉਹਨਾਂ ਕੈਦੀਆਂ ਅਤੇ ਯੂਰਪੀਅਨ ਕੈਦੀਆਂ ਦੇ ਵਿਚਕਾਰ ਉਹਨਾਂ ਦੀ ਰਹਿਣੀ ਬਹਿਣੀ ਦੇ ਵਿਚਕਾਰ ਬਹੁਤ ਜ਼ਿਆਦਾ ਅੰਤਰ ਵੇਖਣ ਨੂੰ ਮਿਲਿਆ। ਜਿਵੇਂ ਯੂਰਪੀਅਨ ਕੈਦੀਆਂ ਦੇ ਰਹਿਣ ਲਈ ਚੰਗੇ ਕਮਰੇ ਜਿਨ੍ਹਾਂ ਵਿੱਚ ਬਿਜਲੀ ਦਾ ਪ੍ਰਬੰਧ ਹੁੰਦਾ ਸੀ, ਤੇ ਦੂਸਰੀ ਗੱਲ ਉਹਨਾਂ ਨੂੰ ਚੰਗੀ ਡਾਈਟ ਦਿੱਤੀ ਜਾਂਦੀ ਸੀ, ਤੇ ਉਹਨਾਂ ਦੇ ਪੜ੍ਹਨ ਲਈ ਕਿਤਾਬਾਂ, ਮੈਗਜ਼ੀਨ ਜਾਂ ਨਿਊਜ਼ਪੇਪਰਾਂ ਦਾ ਪ੍ਰਬੰਧ ਹੁੰਦਾ ਸੀ। ਪਰ ਦੂਸਰੇ ਪਾਸੇ ਜਿਹੜੇ ਰਾਜਨੀਤੀ ਕੈਦੀ ਸੀ, ਕਹਿਣ ਦਾ ਭਾਵ ਜਿਹੜੇ ਆਪਣੀ ਆਜ਼ਾਦੀ ਲਈ ਲੜ ਕੇ ਜੇਲ੍ਹਾਂ ਦੇ ਵਿੱਚ ਗਏ ਸੀ, ਉਹਨਾਂ ਰਾਜਨੀਤਿਕ ਕੈਦੀਆਂ ਲਈ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਸੀ ਹੁੰਦਾ। ਤਾਂ ਕਰਕੇ ਭਗਤ ਸਿੰਘ, ਬਟੁਕੇਸ਼ਵਰ ਦੱਤ ਤੇ ਜਿਹੜੇ ਵੀ ਇਹਨਾਂ ਦੇ ਬਾਕੀ ਸਾਥੀ ਸੀ, ਉਹਨਾਂ ਸਾਰਿਆਂ ਨੇ ਭੁੱਖ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ। ਤਾਂ ਇਹ ਭੁੱਖ ਹੜਤਾਲ 116 ਦਿਨ ਚੱਲੀ ਸੀ। ਇਸ ਭੁੱਖ ਹੜਤਾਲ ਦੇ 63ਵੇਂ ਦਿਨ ਜਤਿੰਦਰ ਨਾਥ ਦਾਸ, ਜਿਨ੍ਹਾਂ ਨੂੰ ਜਤਿਨ ਦਾਸ ਜਾਂ ਜਤਿਨ ਦਾ ਦੇ ਨਾਮ ਨਾਲ ਭਗਤ ਸਿੰਘ ਤੇ ਉਹਦੇ ਸਾਥੀ ਬੁਲਾਉਂਦੇ ਸੀ, ਉਹ 63ਵੇਂ ਦਿਨ ਸ਼ਹੀਦ ਹੋ ਗਏ ਸੀ। ਤਾਂ ਭੁੱਖ ਹੜਤਾਲ ਦੇ ਸਮੇਂ ਜਿੰਨੇ ਵੀ ਕੈਦੀ ਭੁੱਖ ਹੜਤਾਲ ਤੇ ਬੈਠੇ ਸੀ, ਉਹਨਾਂ ਸਾਰਿਆਂ ਨੂੰ ਜ਼ਬਰਦਸਤੀ ਖਾਣਾ ਦਿੱਤਾ ਜਾਂਦਾ ਜਾਂ ਉਹਨਾਂ ਦੇ ਨੱਕ ਦੇ ਵਿੱਚ ਪਾਈਪ ਪਾ ਕੇ ਉਹਨਾਂ ਨੂੰ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਜਾਂ ਉਹਨਾਂ ਨੂੰ ਪਾਣੀ ਤੋਂ ਵੀ ਵਾਂਝਾ ਰੱਖਿਆ ਜਾਂਦਾ। ਜਿਹੜਾ ਵੀ ਘੜਾ ਉਹਨਾਂ ਨੇ ਪਾਣੀ ਲਈ ਰੱਖਿਆ ਹੁੰਦਾ ਸੀ, ਤਾਂ ਉਹਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੇ ਸਿਪਾਹੀ ਸੀ ਜਿਹੜੇ, ਉਹ ਪਾਣੀ ਪਾਉਣ ਦੀ ਬਜਾਏ ਉਹਦੇ ਵਿੱਚ ਦੁੱਧ ਪਾ ਕੇ ਚਲੇ ਜਾਂਦੇ ਸੀ, ਤਾਂ ਕਿ ਕੈਦੀ ਨੇ ਜਿਹੜੇ ਉਹ ਆਪਣੀ ਭੁੱਖ ਹੜਤਾਲ ਤੋੜ ਦੇਣ। ਪਰ ਫਿਰ ਵੀ ਕੈਦੀ ਕਈ ਦਿਨ ਪਿਆਸੇ ਵੀ ਰਹੇ, ਭੁੱਖੇ ਵੀ ਰਹੇ, ਪਰ ਉਹਨਾਂ ਨੇ ਭੁੱਖ ਹੜਤਾਲ ਜਾਰੀ ਰੱਖੀ। ਤਾਂ 5 ਅਕਤੂਬਰ 1929 ਨੂੰ ਬ੍ਰਿਟਿਸ਼ ਸਰਕਾਰ ਦੇ ਵੱਲੋਂ ਕੈਦੀਆਂ ਦੀਆਂ ਸਾਰੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ। ਤਾਂ ਇਸ ਤੋਂ ਬਾਅਦ 7 ਅਕਤੂਬਰ 1930 ਨੂੰ ਭਗਤ ਸਿੰਘ ਅਤੇ ਰਾਜਗੁਰੂ ਨੂੰ ਸਾਂਡਰਸ ਦਾ ਕਤਲ ਕਰਨ ਦੇ ਜੁਰਮ ਵਿੱਚ ਤੇ ਸੁਖਦੇਵ ਨੂੰ ਬੰਬ ਬਣਾਉਣ ਦੇ ਜੁਰਮ ਵਿੱਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਤੇ 23 ਮਾਰਚ 1931 ਦੀ ਸ਼ਾਮ ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਫਾਂਸੀ ਲਾ ਦਿੱਤਾ ਗਿਆ। ਜਦੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ ਸੀ, ਤਾਂ ਉਸ ਸਮੇਂ ਬਟੁਕੇਸ਼ਵਰ ਦੱਤ ਸਲੇਮ ਜੇਲ੍ਹ ਵਿੱਚ ਕੈਦ ਸਨ। ਉੱਥੇ ਉਹ 1931 ਤੋਂ 1933 ਤੱਕ ਰਹੇ ਤੇ 20 ਜਨਵਰੀ 1933 ਨੂੰ ਉਹਨਾਂ ਨੂੰ ਮਹਾਵੀਰ ਡਾਕਟਰ ਗਿਆ ਪ੍ਰਸਾਦ ਤੇ ਵਿਜੇ ਕੁਮਾਰ ਸਿਨਹਾ ਦੇ ਨਾਲ ਮਹਾਰਾਜਾ ਜਹਾਜ਼ ਵਿੱਚ ਬਿਠਾ ਕੇ ਕਾਲੇ ਪਾਣੀ ਲਈ ਪੋਰਟ ਬਲੇਅਰ ਨੂੰ ਰਵਾਨਾ ਕਰ ਦਿੱਤਾ ਗਿਆ। ਜਦੋਂ ਬਟੁਕੇਸ਼ਵਰ ਦੱਤ ਆਪਣੇ ਸਾਥੀਆਂ ਸਮੇਤ ਕਾਲਾ ਪਾਣੀ ਪਹੁੰਚੇ, ਤਾਂ ਉੱਥੋਂ ਦੇ ਕੈਦੀਆਂ ਦੀ ਹਾਲਾਤ ਬਹੁਤ ਜ਼ਿਆਦਾ ਤਰਸਯੋਗ ਸੀ। ਨਾ ਉਹਨਾਂ ਦੇ ਰਹਿਣ ਲਈ ਚੰਗੇ ਕਮਰੇ ਸੀ, ਨਾ ਖਾਣ ਲਈ ਵਧੀਆ ਭੋਜਨ ਸੀ, ਤੇ ਨਾ ਹੀ ਉਹਨਾਂ ਦੇ ਪੜ੍ਹਨ ਲਈ ਕੋਈ ਰਸਾਲੇ ਜਾਂ ਕਿਤਾਬਾਂ ਦਾ ਪ੍ਰਬੰਧ ਸੀ। ਤਾਂ ਜਦੋਂ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਵੀ ਕੈਦੀ ਕਾਲਾ ਪਾਣੀ ਜਾਂਦਾ ਸੀ, ਤਾਂ ਸਾਰਿਆਂ ਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਤਾਂ ਉੱਥੋਂ ਦੀਆਂ ਦੀਵਾਰਾਂ ਦੇ ਉੱਪਰ ਮੱਛਰ, ਛਿਪਕਲੀਆਂ ਚਿਪਕੀਆਂ ਹੋਣਗੀਆਂ ਇੱਕ ਆਮ ਗੱਲ ਸੀ, ਜਿਹਦਾ ਕਰਕੇ ਲੋਕ ਜ਼ਿਆਦਾਤਰ ਟੀਬੀ ਤੇ ਮਲੇਰੀਆ ਦੇ ਸ਼ਿਕਾਰ ਹੋ ਜਾਂਦੇ ਸੀ। ਤੇ ਬਟੁਕੇਸ਼ਵਰ ਦੱਤ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਿਆ। ਤਾਂ ਜੇਲ੍ਹ ਦੇ ਵਧੀਆ ਪ੍ਰਬੰਧ ਵਾਸਤੇ ਬਟੁਕੇਸ਼ਵਰ ਦੱਤ ਤੇ ਉਹਦੇ ਸਾਥੀਆਂ ਨੇ ਕਾਲਾ ਪਾਣੀ ਜੇਲ੍ਹ ਦੇ ਵਿੱਚ ਵੀ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ। ਤਾਂ ਇਸ ਭੁੱਖ ਹੜਤਾਲ ਦੇ ਸਮੇਂ 17 ਮਈ 1933 ਨੂੰ ਭਾਰਤ ਦਾ ਇੱਕ ਬਹੁਤ ਹੀ ਸਫਲ ਕ੍ਰਾਂਤੀਕਾਰੀ ਮਹਾਵੀਰ ਸਿੰਘ ਸ਼ਹੀਦ ਹੋ ਗਿਆ। ਤਾਂ ਇਸ ਭੁੱਖ ਹੜਤਾਲ ਦੇ 46 ਦਿਨਾਂ ਬਾਅਦ ਬਟੁਕੇਸ਼ਵਰ ਦੱਤ ਤੇ ਉਹਦੇ ਸਾਥੀਆਂ ਦੀਆਂ ਜਿਹੜੀਆਂ ਮੰਗਾਂ ਸੀ, ਉਹਨਾਂ ਨੂੰ ਸਰਕਾਰ ਦੇ ਦੁਆਰਾ ਮੰਨ ਲਿਆ ਗਿਆ। ਪਰ ਇਹ ਮੰਗਾਂ ਕੁਝ ਸਮੇਂ ਲਈ ਹੀ ਮੰਨੀਆਂ ਗਈਆਂ ਸੀ, ਕਿਉਂਕਿ ਦੁਬਾਰਾ ਤੋਂ ਫੇਰ ਜੇਲ੍ਹ ਦਾ ਮਾਹੌਲ ਸੀ ਜਿਹੜਾ ਉਹ ਪਹਿਲਾਂ ਵਰਗਾ ਹੋ ਗਿਆ ਸੀ। ਤਾਂ ਜੇਲ੍ਹ ਵਿੱਚ ਦੁਬਾਰਾ ਪਹਿਲਾਂ ਕੈਦੀਆਂ ਦੀ ਹਾਲਤ ਤਰਸਯੋਗ ਹੋਣ ਕਰਕੇ ਬਟੁਕੇਸ਼ਵਰ ਦੱਤ ਤੇ ਉਹਦੇ ਸਾਥੀਆਂ ਨੇ ਦੁਬਾਰਾ ਭੁੱਖ ਹੜਤਾਲ ਦਾ ਫੈਸਲਾ ਕੀਤਾ। ਤਾਂ ਇਹ ਭੁੱਖ ਹੜਤਾਲ ਦਾ ਸਿਲਸਿਲਾ ਵਾਰੀ-ਵਾਰੀ ਚੱਲਦਾ ਰਿਹਾ। 14 ਸਤੰਬਰ 1937 ਨੂੰ ਬ੍ਰਿਟਿਸ਼ ਸਰਕਾਰ ਨੇ ਸਾਰੇ ਹੀ ਭਾਰਤ ਦੇ ਰਾਜਸੀ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ, ਤਾਂ ਜਿਹਦੇ ਨਾਲ ਬਟੁਕੇਸ਼ਵਰ ਦੱਤ ਤੇ ਉਹਦੇ ਸਾਰੇ ਸਾਥੀ ਅੰਡੇਮਾਨ ਨਿਕੋਬਾਰ ਤੋਂ ਭਾਰਤ ਆ ਗਏ। ਜਦੋਂ ਬਟੁਕੇਸ਼ਵਰ ਦੱਤ ਭਾਰਤ ਆਏ, ਤਾਂ ਆਉਣ ਤੋਂ ਬਾਅਦ ਉਹਨਾਂ ਨੇ ਦੁਬਾਰਾ ਫੇਰ ਭਾਰਤ ਦੀ ਆਜ਼ਾਦੀ ਦੇ ਲਈ ਸੰਘਰਸ਼ ਵਿੱਢ ਦਿੱਤਾ ਤੇ 1942 ਦੇ ਵਿੱਚ ਉਹ ਦੁਬਾਰਾ ਫੇਰ ਭਾਰਤ ਦੇ ਲਈ ਲੜਦੇ ਗ੍ਰਿਫਤਾਰ ਹੋ ਗਏ। ਤਾਂ ਜਦੋਂ 1947 ਦੇ ਵਿੱਚ ਭਾਰਤ ਬ੍ਰਿਟਿਸ਼ ਸਰਕਾਰ ਦੇ ਹੱਥੋਂ ਆਜ਼ਾਦ ਹੋ ਗਿਆ, ਤਾਂ ਨਵੰਬਰ 1947 ਨੂੰ ਉਹਨਾਂ ਨੇ ਅੰਜਲੀ ਦੱਤ ਦੇ ਨਾਲ ਸ਼ਾਦੀ ਕਰ ਲਈ। ਤਾਂ ਇਸੇ ਤਰ੍ਹਾਂ ਕੰਮ ਦੀ ਭਾਲ ਦੇ ਵਿੱਚ ਇੱਕ ਵਾਰ ਬਟੁਕੇਸ਼ਵਰ ਦੱਤ ਬੱਸ ਦੇ ਪਰਮਿਟ ਲਈ ਕਮਿਸ਼ਨਰ ਨੂੰ ਮਿਲੇ। ਤਾਂ ਕਮਿਸ਼ਨਰ ਨੂੰ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਕ੍ਰਾਂਤੀਕਾਰੀ ਯੋਧਾ ਹਾਂ ਤੇ ਮੈਨੂੰ ਕੰਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਤਾਂ ਕਰਕੇ ਮੈਨੂੰ ਬੱਸ ਦਾ ਪਰਮਿਟ ਦੇ ਦਿੱਤਾ ਜਾਵੇ, ਤਾਂ ਉਸ ਕਮਿਸ਼ਨਰ ਨੇ ਕਿਹਾ ਕਿ ਤੁਸੀਂ ਆਪਣਾ ਕ੍ਰਾਂਤੀਕਾਰੀ ਹੋਣ ਦਾ ਸਰਟੀਫਿਕੇਟ ਲੈ ਕੇ ਆਓ। ਤਾਂ ਇਹ ਜਦੋਂ ਬਟੁਕੇਸ਼ਵਰ ਦੱਤ ਨੇ ਸੁਣਿਆ, ਤਾਂ ਜੋ ਐਪਲੀਕੇਸ਼ਨ ਉਹਨਾਂ ਦੇ ਹੱਥ ਸੀ ਉਹ ਉਹਨਾਂ ਨੇ ਪਾੜ ਕੇ ਡਸਟਬਿਨ ਦੇ ਵਿੱਚ ਸੁੱਟ ਦਿੱਤੀ ਤੇ ਕਮਿਸ਼ਨਰ ਦੇ ਦਫ਼ਤਰ ਚੋਂ ਬਾਹਰ ਆ ਗਏ। ਤਾਂ ਜਦੋਂ ਬਟੁਕੇਸ਼ਵਰ ਦੱਤ ਇਸ ਤੋਂ ਬਾਅਦ ਭਾਰਤ ਦੇ ਉਸ ਸਮੇਂ ਦੇ ਰਾਸ਼ਟਰਪਤੀ ਸ੍ਰੀ ਰਾਜਿੰਦਰ ਪ੍ਰਸਾਦ ਨੂੰ ਮਿਲੇ, ਤਾਂ ਰਾਜਿੰਦਰ ਪ੍ਰਸਾਦ ਦੇ ਨਾਲ ਉਹਨਾਂ ਨੇ ਸਾਰੀ ਆਪਣੀ ਗੱਲਬਾਤ ਸ਼ੇਅਰ ਕੀਤੀ। ਤਾਂ ਰਾਜਿੰਦਰ ਪ੍ਰਸਾਦ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਿਆ ਕਿ ਉਹਨਾਂ ਦੀ ਹਾਲਤ ਹੁਣ ਇਸ ਤਰ੍ਹਾਂ ਦੀ ਹੈ ਕਿ ਉੱਥੋਂ ਦੇ ਜਿਹੜੇ
ਕਮਿਸ਼ਨਰ ਨੇ ਉਹ ਵੀ ਉਹਨਾਂ ਨੂੰ ਨਹੀਂ ਜਾਣਦੇ। ਤਾਂ ਰਜਿੰਦਰ ਪ੍ਰਸਾਦ ਨੇ ਬਿਹਾਰ ਦੇ ਸੀਐਮ ਨੂੰ ਫੋਨ ਕੀਤਾ ਤੇ ਕਿਹਾ ਕਿ ਆਪਣੇ ਕਮਿਸ਼ਨਰ ਨੂੰ ਬੋਲੇ ਕਿ ਉਹ ਬਟੁਕੇਸ਼ਵਰ ਦੱਤ ਤੋਂ ਮਾਫੀ ਮੰਗਣ। ਤਾਂ ਬਟੁਕੇਸ਼ਵਰ ਦੱਤ ਉਸ ਕਮਿਸ਼ਨਰ ਨੇ ਇਸ ਤੋਂ ਬਾਅਦ ਮਾਫੀ ਵੀ ਮੰਗੀ। ਤਾਂ ਇਹਨਾਂ ਦਿਨਾਂ ਦੇ ਵਿੱਚ ਪੈਸੇ ਦੀ ਤੰਗੀ ਹੋਣ ਕਰਕੇ ਬਟੁਕੇਸ਼ਵਰ ਦੱਤ ਦੀ ਪਤਨੀ ਅੰਜਲੀ ਦੱਤ ਨੇ ਵੀ ਇੱਕ ਸਕੂਲ ਦੇ ਵਿੱਚ ਅਧਿਆਪਕਾ ਦੇ ਤੌਰ ਤੇ 100 ਰੁਪਏ ਮਹੀਨੇ ਦੇ ਉੱਪਰ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਇੱਕ ਵਾਰ ਉਹਨਾਂ ਨੂੰ ਬਿਹਾਰ ਦੇ ਰਾਜਪਾਲ ਨੇ ਵਿਧਾਨ ਪਰਿਸ਼ਦ ਦਾ ਮੈਂਬਰ ਵੀ ਨਿਯੁਕਤ ਕੀਤਾ, ਪਰ ਉਹਨਾਂ ਨੇ ਵਿਧਾਨ ਪਰਿਸ਼ਦ ਦਾ ਮੈਂਬਰ ਹੋਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਨੇ ਰਾਜਪਾਲ ਨੂੰ ਕਿਹਾ ਕਿ ਅੱਜ ਦੇ ਸਮੇਂ ਦੀ ਇੰਨੇ ਹੇਠਲੇ ਲੈਵਲ ਦੀ ਰਾਜਨੀਤੀ ਕਰਨ ਦੇ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ। ਇਹਨਾਂ ਸਮਿਆਂ ਦੇ ਵਿੱਚ ਬਟੁਕੇਸ਼ਵਰ ਦੱਤ ਦੀ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਸੀ। ਉਹਨਾਂ ਨੂੰ ਬੈਕ ਪੇਨ ਰਹਿਣ ਲੱਗ ਗਿਆ ਤੇ ਇਸ ਤੋਂ ਬਾਅਦ ਹੌਲੀ-ਹੌਲੀ ਉਹ ਹੋਰ ਕਮਜ਼ੋਰ ਹੁੰਦੇ ਗਏ। ਇਸ ਤੋਂ ਬਾਅਦ ਪਤਾ ਲੱਗਿਆ ਕਿ ਬਟੁਕੇਸ਼ਵਰ ਦੱਤ ਨੂੰ ਕੈਂਸਰ ਹੋ ਗਿਆ ਹੈ। ਜਦੋਂ ਬਟੁਕੇਸ਼ਵਰ ਦੱਤ ਨੂੰ ਪਟਨਾ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਤਾਂ ਉੱਥੋਂ ਦੀ ਨਾ ਹੀ ਸਰਕਾਰ ਨੇ ਤੇ ਨਾ ਹੀ ਉੱਥੋਂ ਦੇ ਡਾਕਟਰਾਂ ਨੇ ਬਟੁਕੇਸ਼ਵਰ ਦੱਤ ਦੀ ਸਿਹਤ ਵੱਲ ਕੋਈ ਜ਼ਿਆਦਾ ਧਿਆਨ ਦਿੱਤਾ। ਤਾਂ ਜਦੋਂ ਉਹਨਾਂ ਦੀ ਹਾਲਤ ਵਿਗੜਦੀ ਗਈ ਤਾਂ ਪੰਜਾਬ ਦੇ ਮੁੱਖ ਮੰਤਰੀ ਕਾਮਰੇਡ ਰਾਮ ਕ੍ਰਿਸ਼ਨ ਨੇ ਬਿਹਾਰ ਦੀ ਸਰਕਾਰ ਨੂੰ ਪੱਤਰ ਲਿਖਿਆ ਕਿ ਜੇ ਉਹਨਾਂ ਕੋਲੋਂ ਬਟੁਕੇਸ਼ਵਰ ਦੱਤ ਦੇ ਇਲਾਜ ਦਾ ਖਰਚ ਨਹੀਂ ਚੁੱਕਿਆ ਜਾਂਦਾ ਤਾਂ ਪੰਜਾਬ ਸਰਕਾਰ ਇਹ ਖਰਚ ਚੁੱਕਣ ਲਈ ਤਿਆਰ ਹੈ। ਤਾਂ ਬਿਹਾਰ ਦੀ ਸਰਕਾਰ ਨੇ ਥੋੜਾ ਬਹੁਤ ਬਟੁਕੇਸ਼ਵਰ ਦੱਤ ਦੇ ਇਲਾਜ ਵੱਲ ਧਿਆਨ ਦੇਣਾ ਸ਼ੁਰੂ ਕੀਤਾ, ਪਰ ਉਦੋਂ ਤੱਕ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੀ ਸੀ। ਇਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਹਸਪੀਟਲ ਦੇ ਵਿੱਚ ਲੈ ਕੇ ਆਂਦਾ ਗਿਆ, ਜਿੱਥੇ ਪਹਿਲਾਂ ਉਹਨਾਂ ਨੂੰ ਸਫਦਰਜੰਗ ਹਸਪੀਟਲ ਵਿੱਚ ਰੱਖਿਆ ਗਿਆ। ਪਰ ਜਦੋਂ ਬਟੁਕੇਸ਼ਵਰ ਦੱਤ ਨੂੰ ਦਿੱਲੀ ਐਡਮਿਟ ਕੀਤਾ ਗਿਆ ਸੀ ਤਾਂ ਉਦੋਂ ਤੱਕ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਸੀ। ਤਾਂ ਕਰਕੇ ਪਹਿਲਾਂ ਉਹਨਾਂ ਨੂੰ ਕੋਬਾਲਟ ਰੇਂਜ ਦੇਣੀਆਂ ਸ਼ੁਰੂ ਕੀਤੀਆਂ। ਕੋਬਾਲਟ ਰੇਂਜ ਕੈਂਸਰ ਦੇ ਪੇਸ਼ੈਂਟ ਨੂੰ ਫਸਟ ਸਟੇਜ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਤਾਂ ਇਹਨਾਂ ਦਾ ਬਹੁਤ ਜ਼ਿਆਦਾ ਦਰਦ ਵੀ ਹੁੰਦਾ। ਤਾਂ ਬਟੁਕੇਸ਼ਵਰ ਦੱਤ ਬਹੁਤ ਜ਼ਿਆਦਾ ਦਰਦ ਸਹਿੰਦੇ ਰਹੇ, ਪਰ ਉਹਨਾਂ ਨੇ ਕਦੇ ਵੀ ਆਪਣੇ ਦੋਸਤਾਂ ਦੇ ਤੇ ਨਾ ਹੀ ਆਪਣੇ ਪਰਿਵਾਰ ਦੇ ਚਿਹਰੇ ਉੱਪਰ ਕਦੇ ਉਦਾਸੀ ਨਹੀਂ ਲੈ ਕੇ ਆਉਣ ਦਿੱਤੀ ਤੇ ਉਹ ਖੁਦ ਵੀ ਖੁਸ਼ ਮਿਜਾਜ ਰਹਿਣ ਦੀ ਕੋਸ਼ਿਸ਼ ਕਰਦੇ ਸੀ। ਤਾਂ ਬਟੁਕੇਸ਼ਵਰ ਦੱਤ ਦੇ ਇਲਾਜ ਸਮੇਂ ਉਹਨਾਂ ਨੂੰ ਭਾਰਤ ਦੇ ਬਹੁਤ ਵੱਡੇ ਰਾਜਨੀਤਿਕ ਨੇਤਾ ਮਿਲਣ ਵੀ ਆਏ, ਜਿਨ੍ਹਾਂ ਦੇ ਵਿੱਚੋਂ ਜਦੋਂ ਉਹਨਾਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਮਿਲਣ ਆਏ ਤਾਂ ਬਟੁਕੇਸ਼ਵਰ ਦੱਤ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕਿਹਾ ਕਿ ਤੁਸੀਂ ਕ੍ਰਾਂਤੀਕਾਰੀਆਂ ਨੂੰ ਸਿਰਫ ਹੱਥ ਦੇ ਵਿੱਚ ਪਿਸਤੌਲ ਫੜਿਆ ਹੋਇਆ ਹੀ ਦੇਖਦੇ ਹੋ, ਪਰ ਤੁਸੀਂ ਇਹ ਕਦੇ ਨਹੀਂ ਸੋਚਿਆ ਕਿ ਉਹਨਾਂ ਨੇ ਕਿਹੋ ਜਿਹੇ ਭਾਰਤ ਦੀ ਕਾਮਨਾ ਕੀਤੀ ਸੀ। ਜਦੋਂ ਬਟੁਕੇਸ਼ਵਰ ਦੱਤ ਦਿੱਲੀ ਦੇ ਵਿੱਚ ਐਡਮਿਟ ਸੀ ਤਾਂ ਉਹਨਾਂ ਨੇ ਇੱਕ ਗੱਲ ਬੋਲੀ ਸੀ ਕਿ ਮੈਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਸ ਦਿੱਲੀ ਦੇ ਵਿੱਚ ਮੈਂ ਅਤੇ ਮੇਰੇ ਦੋਸਤ ਭਗਤ ਸਿੰਘ ਨੇ ਕਿਸੇ ਸਮੇਂ ਬੰਬ ਬਲਾਸਟ ਕੀਤਾ ਸੀ ਕਿ ਉਸੇ ਦਿੱਲੀ ਦੇ ਵਿੱਚ ਮੈਨੂੰ ਸਟ੍ਰਕਚਰ ਦੇ ਉੱਪਰ ਪਾ ਕੇ ਇੱਕ ਰੋਗੀਆਂ ਦੀ ਤਰ੍ਹਾਂ, ਇੱਕ ਅਪਾਹਿਜਾਂ ਦੀ ਤਰ੍ਹਾਂ ਲਿਆਂਦਾ ਜਾਵੇਗਾ। ਤਾਂ ਹੁਣ ਬਟੁਕੇਸ਼ਵਰ ਦੱਤ ਦੀ ਹਾਲਤ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਸੀ। ਕੋਬਾਲਟ ਰੇਂਜ ਨੇ ਉਹਨਾਂ ਦੀ ਬੋਡੀ ਉੱਪਰ ਕੰਮ ਕਰਨਾ ਬੰਦ ਕਰ ਦਿੱਤਾ ਸੀ ਤੇ ਉਹਨਾਂ ਨੂੰ ਦਰਦ ਬਹੁਤ ਜ਼ਿਆਦਾ ਰਹਿਣ ਲੱਗ ਗਿਆ ਸੀ। ਤਾਂ ਹੁਣ ਡਾਕਟਰ ਉਹਨਾਂ ਨੂੰ ਨੀਂਦ ਦੇ ਇੰਜੈਕਸ਼ਨ ਲਾਉਣ ਲੱਗ ਗਏ ਸੀ ਤੇ ਕਦੇ-ਕਦੇ ਡਾਕਟਰ ਉਹਨਾਂ ਦੇ ਉੱਪਰ ਐਕਸਪੈਰੀਮੈਂਟ ਕਰਕੇ ਵੇਖਣ ਲੱਗ ਜਾਂਦੇ ਕਿ ਉਹਨਾਂ ਨੂੰ ਜੋ ਮੈਡੀਸਨ ਚੱਲ ਰਹੀ ਹੁੰਦੀ ਸੀ ਉਹ ਤੋਂ ਬਿਨਾ ਕੋਈ ਹੋਰ ਦਵਾਈ ਦੇਣ ਲੱਗ ਜਾਂਦੇ, ਜਾਂ ਵਿੱਚ ਉਹਨਾਂ ਨੂੰ ਐਲੋਪੈਥੀ ਛੱਡ ਕੇ ਹਿਊਮੋਪੈਥੀ ਦੀ ਦਵਾਈ ਸ਼ੁਰੂ ਕਰ ਦਿੱਤੀ। ਹੁਣ ਬਟੁਕੇਸ਼ਵਰ ਦੱਤ ਦੀ ਜ਼ਿੰਦਗੀ ਦਾ ਇਲਾਜ ਨਹੀਂ ਸਗੋਂ ਐਕਸਪੈਰੀਮੈਂਟ ਹੋ ਰਿਹਾ ਸੀ। ਬਟੁਕੇਸ਼ਵਰ ਦੱਤ ਜਦੋਂ ਆਪਣੇ ਦੋਸਤ ਭਵਾਨੀ ਦਾਸ ਜਾਂ ਚਾਮਨ ਲਾਲ ਨਾਲ ਗੱਲਾਂ ਕਰਦੇ ਤਾਂ ਉਹ ਉਹਨਾਂ ਨੂੰ ਆਖਦੇ ਹੁੰਦੇ ਸੀ ਕਿ ਅਸੀਂ ਇਸ ਮਕਸਦ ਲਈ ਜਾਂ ਇਸ ਆਜ਼ਾਦੀ ਲਈ ਆਪਣੀਆਂ ਜਾਨਾਂ ਨਹੀਂ ਵਾਰੀਆਂ ਸੀ, ਮੇਰੇ ਦੋਸਤਾਂ ਨੇ ਜਾਂ ਅਸੀਂ ਇਸ ਲਈ ਇੰਨੇ ਤਸੀਹੇ ਨਹੀਂ ਝੱਲੇ ਸੀ ਕਿ ਸਾਨੂੰ ਇਸ ਤਰ੍ਹਾਂ ਦੇ ਦਿਨ ਦੇਖਣੇ ਪੈਣਗੇ। ਤਾਂ ਬਟੁਕੇਸ਼ਵਰ ਦੱਤ ਦੇ ਦੋਸਤ ਚਾਮਨ ਲਾਲ ਨੇ ਇੱਕ ਲੇਖ ਲਿਖਿਆ ਸੀ, ਉਸ ਵਿੱਚ ਲਿਖਿਆ ਸੀ ਕਿ ਕੀ ਬਟੁਕੇਸ਼ਵਰ ਦੱਤ ਵਰਗੇ ਕ੍ਰਾਂਤੀਕਾਰੀ ਨੂੰ ਭਾਰਤ ਵਰਗੇ ਦੇਸ਼ ਦੇ ਵਿੱਚ ਜਨਮ ਲੈਣਾ ਚਾਹੀਦਾ ਹੈ। ਤਾਂ ਚਾਮਨ ਲਾਲ ਦਾ ਇਹ ਲੇਖ ਪੂਰੇ ਭਾਰਤ ਦੇ ਸਿਸਟਮ ਲਈ ਇੱਕ ਬਹੁਤ ਵੱਡਾ ਸਵਾਲ ਸੀ। ਤੇ ਇੱਕ ਹੋਰ ਗੱਲ, ਬਟੁਕੇਸ਼ਵਰ ਦੱਤ ਨੇ ਇਹ ਕਿਹਾ ਸੀ ਕਿ ਮੇਰੀ ਅੰਤਿਮ ਇੱਛਾ ਇਹੋ ਹੈ ਕਿ ਮੇਰਾ ਸੰਸਕਾਰ ਵੀ ਉਸ ਜਗ੍ਹਾ ਦੇ ਉੱਪਰ ਹੀ ਕੀਤਾ ਜਾਵੇ ਜਿੱਥੇ ਅੱਜ ਤੋਂ 34 ਸਾਲ ਪਹਿਲਾਂ ਮੇਰੇ ਦੋਸਤਾਂ ਦਾ ਜਾਣੀ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਤਾਂ ਆਖਿਰਕਾਰ 20 ਜੁਲਾਈ 1965 ਨੂੰ ਦਿੱਲੀ ਵਿੱਚ ਬਟੁਕੇਸ਼ਵਰ ਦੱਤ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ। ਤਾਂ ਬਟੁਕੇਸ਼ਵਰ ਦੱਤ ਦੀ ਅੰਤਿਮ ਇੱਛਾ ਨੂੰ ਸਨਮਾਨ ਦਿੰਦੇ ਹੋਏ ਪੰਜਾਬ ਦੇ ਸੀਐਮ ਰਾਮ ਕ੍ਰਿਸ਼ਨ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਫਿਰੋਜ਼ਪੁਰ ਲੈ ਕੇ ਆਂਦਾ। ਤਾਂ ਫਿਰੋਜ਼ਪੁਰ ਵਿੱਚ ਹੀ ਹੁਸੈਨੀਵਾਲਾ ਬਾਰਡਰ ਦੇ ਕੋਲ ਜਿੱਥੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਉੱਥੇ ਹੀ ਬਟੁਕੇਸ਼ਵਰ ਦੱਤ ਦਾ ਸੰਸਕਾਰ ਕੀਤਾ ਗਿਆ ਤੇ ਉੱਥੇ ਹੀ ਉਹਨਾਂ ਦੀ ਬਾਗਲ ਦੇ ਵਿੱਚ ਹੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧੀ ਦੇ ਕੋਲ ਹੀ ਉਹਨਾਂ ਦੀ ਸਮਾਧੀ ਬਣਾਈ ਗਈ। ਤਾਂ ਉਹਨਾਂ ਦੇ ਸੰਸਕਾਰ ਮੌਕੇ ਭਗਤ ਸਿੰਘ ਦੀ ਮਾਤਾ ਵੀ ਪਹੁੰਚੀ ਸੀ। ਤਾਂ ਬਟੁਕੇਸ਼ਵਰ ਦੱਤ ਹੋਰਾਂ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਤੇ ਪੰਜਾਬ ਦੇ ਲੋਕਾਂ ਨੇ ਅੰਜਲੀ ਦੱਤ ਨੂੰ ਲਗਭਗ 27000 ਰੁਪਏ ਦੀ ਰਾਸ਼ੀ
ਇਕੱਠੀ ਕਰਕੇ ਦਿੱਤੀ ਤੇ ਨਾਲ ਹੀ 250 ਰੁਪਏ ਪੈਨਸ਼ਨ ਪੰਜਾਬ ਸਰਕਾਰ ਨੇ ਅੰਜਲੀ ਦੱਤ ਨੂੰ ਦੇਣ ਦਾ ਵਾਅਦਾ ਕੀਤਾ। ਪੰਜਾਬ ਦੇ ਸੀਐਮ ਕਾਮਰੇਡ ਰਾਮ ਕ੍ਰਿਸ਼ਨ ਦੇ ਵੱਲੋਂ ਉਹਨਾਂ ਦੀ ਪਤਨੀ ਅੰਜਲੀ ਦੱਤ ਨੂੰ 5000 ਰੁਪਏ ਦਾ ਚੈੱਕ ਵੀ ਦਿੱਤਾ ਗਿਆ। ਕਿੰਨਾ ਚੰਗਾ ਹੁੰਦਾ ਜੇ ਬਟੁਕੇਸ਼ਵਰ ਦੱਤ ਨੂੰ ਉਹਨਾਂ ਦੇ ਜਿਉਂਦੇ ਜੀ ਪੰਜਾਬ ਸਰਕਾਰ ਦੇ ਵੱਲੋਂ ਜਾਂ ਬਿਹਾਰ ਸਰਕਾਰ ਦੇ ਵੱਲੋਂ ਜਾਂ ਸੈਂਟਰ ਦੀ ਸਰਕਾਰ ਦੇ ਵੱਲੋਂ ਉਹਨਾਂ ਦੇ ਕ੍ਰਾਂਤੀਕਾਰੀ ਹੋਣ ਦੇ ਨਾਂ ਤੇ ਕੁਝ ਕੁ ਪੈਨਸ਼ਨ ਦਿੱਤੀ ਜਾਂਦੀ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਹੁਤ ਬਹੁਤ ਧੰਨਵਾਦ।